ਹੈਲੋ ਸਟੂਡੈਂਟਸ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਨਲਾਈਨ ਕਲਾਸਰੂਮ ਦੇ YouTube ਚੈਨਲ ਉੱਤੇ ਮੈਂ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਜਿਹੜੇ ਵੀ ਸਟੂਡੈਂਟ ਇਸ ਚੈਨਲ ਦੇ ਉੱਤੇ ਨਵੇਂ ਨੇ ਉਹ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ। ਅੱਜ ਦੀ ਇਹ ਵੀਡੀਓ ਫੰਡਾਮੈਂਟਲ ਰਾਈਟਸ ਦਾ ਪਹਿਲਾ ਪਾਰਟ ਹੈ ਜੀ। ਆਪਾਂ ਇੰਡੀਅਨ ਪੋਲਿਟੀ ਦੇ ਵਿੱਚ ਫੰਡਾਮੈਂਟਲ ਰਾਈਟਸ ਕਰ ਰਹੇ ਹਾਂ। ਤਾਂ ਪਹਿਲਾ ਕੁਐਸਚਨ ਹੈ ਤੁਹਾਡੇ ਸਾਹਮਣੇ, ਵਿਚ ਵਨ ਆਫ ਦਾ ਫੋਲੋਇੰਗ ਰਾਈਟ ਆਫ ਇੰਡੀਅਨ ਕੰਸਟੀਟਿਊਸ਼ਨ ਗਰੰਟੀਜ਼ ਆਲ ਦਾ ਫੰਡਾਮੈਂਟਲ ਰਾਈਟਸ ਟੂ ਐਵਰੀ ਰੈਜ਼ੀਡੈਂਟ ਆਫ ਏ ਕੰਟਰੀ। ਇਹਦਾ ਕੀ ਮਤਲਬ ਹੈ ਪੰਜਾਬੀ ਦੇ ਵਿੱਚ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਇੰਡੀਅਨ ਕੰਸਟੀਟਿਊਸ਼ਨ ਦੇ ਵਿੱਚ ਕਿਹੜਾ ਫੰਡਾਮੈਂਟਲ ਰਾਈਟਸ ਹੈ ਜਿਹੜਾ ਕਿ ਇਕੁਐਲਿਟੀ ਦਿੰਦਾ ਹੈਗਾ, ਗਰੰਟੀ ਦਿੰਦਾ ਹੈ ਆਪਣੇ ਫੰਡਾਮੈਂਟਲ ਰਾਈਟਸ ਦੀ। ਤਾਂ ਪਹਿਲੇ ਕੁਐਸਚਨ ਦਾ ਜਵਾਬ ਆਊਗਾ ਜੀ ਡੀ ਆਪਸ਼ਨ, ਰਾਈਟ ਟੂ ਕੰਸਟੀਟਿਊਸ਼ਨਲ ਰੈਮਡੀਜ਼। ਰਾਈਟ ਟੂ ਕੰਸਟੀਟਿਊਸ਼ਨਲ ਰੈਮਡੀਜ਼ ਦਾ ਮਤਲਬ ਇਹ ਹੈ ਕਿ ਮੰਨ ਲਓ ਕੋਈ ਇੱਕ ਬੰਦਾ ਹੈਗਾ, ਉਹਦੇ ਫੰਡਾਮੈਂਟਲ ਰਾਈਟਸ ਨੇ ਸਰਕਾਰ ਨੇ ਦਿੱਤੇ ਹੋਏ ਨੇ, ਬਟ ਜੇਕਰ ਕੋਈ ਉਹਨਾਂ ਦੇ ਵਿੱਚ ਰੁਕਾਵਟ ਪੈਦਾ ਕਰਦਾ ਹੈਗਾ ਤਾਂ ਉਹ ਪਰਸਨ ਸਿੱਧਾ ਡਾਇਰੈਕਟ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਆਪਣੇ ਅਧਿਕਾਰਾਂ ਦੇ ਬਾਰੇ ਗੱਲ ਰੱਖ ਸਕਦਾ ਹੈਗਾ। ਕੋਈ ਵੀ ਉਹਦੇ ਇਹ ਅਧਿਕਾਰਾਂ ਨੂੰ ਉਹ ਨਹੀਂ ਕਰ ਸਕਦਾ, ਆਪਣੇ ਅਧੀਨ ਨਹੀਂ ਲੈ ਸਕਦਾ। ਤਾਂ ਗੱਲ ਕਰਾਂ ਜੇ ਮੈਂ ਤੁਹਾਡੇ ਸਾਹਮਣੇ, ਤਾਂ ਸੁਪਰੀਮ ਕੋਰਟ ਦਾ ਜਿਹੜਾ ਇਹ ਬਣਾਇਆ ਹੋਇਆ ਲਾ ਹੈ ਇਹ ਆਰਟੀਕਲ 32 ਦੇ ਅਧੀਨ ਆਉਂਦਾ ਸੁਪਰੀਮ ਕੋਰਟ ਦੇ ਅੰਦਰ, ਯਾਦ ਰੱਖਿਓ। ਅਤੇ ਜੇ ਹਾਈ ਕੋਰਟ ਦੀ ਗੱਲ ਕਰਾਂ ਤਾਂ ਉੱਥੇ ਆਰਟੀਕਲ ਹੈਗਾ 226 ਇੰਡੀਅਨ ਕੰਸਟੀਟਿਊਸ਼ਨ ਦਾ। ਬਹੁਤ ਹੀ ਇੰਪੋਰਟੈਂਟ ਇਹ ਕੁਐਸਚਨ ਹੈ ਅਤੇ ਬਹੁਤ ਹੀ ਇੰਪੋਰਟੈਂਟ ਇਹ ਰਾਈਟ ਹੈਗਾ ਆਪਣਾ, ਜਿਹਨੂੰ ਭੀਮ ਰਾਓ ਅੰਬੇਦਕਰ ਨੇ ਵੀ ਕਿਹਾ ਸੀ ਵੀ ਇਹ ਇੰਡੀਅਨ ਕੰਸਟੀਟਿਊਸ਼ਨ ਦਾ ਹਾਰਟ ਐਂਡ ਸਾਊਲ ਹੈ, ਦਿਲ ਅਤੇ ਆਤਮਾ ਬੋਲੀ ਸੀ ਡਾਕਟਰ ਭੀਮ ਰਾਓ ਅੰਬੇਦਕਰ ਨੇ। ਜਵਾਬ ਆਊਗਾ ਇਹਦਾ ਡੀ ਆਪਸ਼ਨ। ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਅ ਟਰੂ ਵਿਦ ਰਿਸਪੈਕਟ ਟੂ ਦਾ ਫੰਡਾਮੈਂਟਲ ਰਾਈਟਸ ਆਫ ਇੰਡੀਅਨ ਕੰਸਟੀਟਿਊਸ਼ਨ। ਹੇਠ ਲਿਖਿਆਂ ਵਿੱਚੋਂ ਫੰਡਾਮੈਂਟਲ ਰਾਈਟਸ ਦੇ ਪ੍ਰਤੀ ਟਰੂ ਕਿਹੜੀ ਗੱਲ ਹੈਗੀ ਹੈ? ਇਕੁਐਲਿਟੀ ਆਫ ਓਪਰਚੁਨਿਟੀ ਫॉर ਆਲ ਰੈਜ਼ੀਡੈਂਟ, ਬੀ ਆਪਸ਼ਨ ਹੈ ਇਹ। ਇਹਦਾ ਮਤਲਬ ਕੀ ਹੈ ਕਿ ਸਾਰੇ ਨਿਵਾਸੀਆਂ ਲਈ ਅਵਸਰ ਦੀ ਸਮਾਨਤਾ ਹੈਗੀ ਹੈ, ਸਾਰਿਆਂ ਨੂੰ ਬਰਾਬਰ ਦਾ ਅਵਸਰ ਮਿਲੂਗਾ ਕਿਸੇ ਵੀ ਫੀਲਡ ਦੇ ਵਿੱਚ ਹੋਵੇ। ਤੀਜਾ ਕੁਐਸਚਨ ਹੈ ਜੀ, ਬੀ ਆਰ ਅੰਬੇਦਕਰ ਟਰਮਡ ਆਰਟੀਕਲ 32 ਆਫ ਦਾ ਇੰਡੀਅਨ ਕੰਸਟੀਟਿਊਸ਼ਨ ਐਜ਼ ਦਾ। ਪਿਛਲੇ ਕੁਐਸਚਨ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਹਾਰਟ ਐਂਡ ਸਾਲ ਆਫ ਦਾ ਇੰਡੀਅਨ ਕੰਸਟੀਟਿਊਸ਼ਨ, ਦਿਲ ਤੇ ਆਤਮਾ ਕਹੀ ਗਈ ਹੈ ਆਰਟੀਕਲ 32 ਇੰਡੀਅਨ ਕੰਸਟੀਟਿਊਸ਼ਨ ਦੇ ਵਿੱਚ। ਵਿਚ ਵਨ ਆਫ ਦਾ ਫੋਲੋਇੰਗ ਫੰਡਾਮੈਂਟਲ ਰਾਈਟ ਇਟ ਕੰਟੇਨਸ। ਤਾਂ ਇਹਦਾ ਜਵਾਬ ਉਹੀ ਆਊਗਾ, ਰਾਈਟ ਟੂ ਕੰਸਟੀਟਿਊਸ਼ਨਲ ਰੈਮਡੀ। ਬੀ ਆਪਸ਼ਨ ਇਹਦਾ ਆਊਗਾ ਜੀ, ਰਾਈਟ ਟੂ ਕੰਸਟੀਟਿਊਸ਼ਨਲ ਰੈਮਡੀਜ਼। ਔਨ ਵਿਚ ਆਫ ਦਾ ਫੋਲੋਇੰਗ ਡੇ ਯੂਨਾਈਟਿਡ ਸਟੇਟਸ ਜਨਰਲ ਅਸੈਂਬਲੀ ਰੈਟੀਫਾਈਡ ਇਟਸ ਯੂਨੀਵਰਸਲ ਡਿਕਲੇਰੇਸ਼ਨ ਔਨ ਹਿਊਮਨ ਰਾਈਟਸ। ਕਿਸ ਦਿਨ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਯੂਨੀਵਰਸਲ ਡਿਕਲੇਰੇਸ਼ਨ ਕੀਤੀ ਸੀ ਹਿਊਮਨ ਰਾਈਟਸ ਦੇ ਉੱਪਰ? ਤਾਂ ਚੌਥਾ ਕੁਐਸਚਨ ਹੈ ਜੀ ਆਪਣੇ ਸਾਹਮਣੇ, ਜਵਾਬ ਆਊਗਾ ਇਹਦਾ ਬੀ ਆਪਸ਼ਨ, ਦਸੰਬਰ 8 1948। ਦਸੰਬਰ 8 1948 ਨੂੰ ਯੂਨੀਵਰਸਲ ਡਿਕਲੇਰੇਸ਼ਨ ਕੀਤੀ ਸੀ ਹਿਊਮਨ ਰਾਈਟਸ ਦੀ। ਵਿਚ ਆਫ ਦਾ ਫੋਲੋਇੰਗ ਆਰਟੀਕਲਸ ਕੰਟੇਨ ਦਾ ਰਾਈਟ ਟੂ ਰਿਲੀਜੀਅਸ ਫਰੀਡਮ। ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਵੀ ਫੰਡਾਮੈਂਟਲ ਰਾਈਟਸ ਦੇ ਅਕੋਰਡਿੰਗ। ਜਵਾਬ ਆਊਗਾ ਇਹਦਾ 25 ਤੋਂ 28। 25 ਤੋਂ 28 ਜਿਹੜੇ ਰਾਈਟਸ ਹੈਗੇ ਨੇ ਉਹਨਾਂ ਨੂੰ ਧਿਆਨ ਨਾਲ ਤੁਸੀਂ ਪੜ੍ਹਨਾ ਕੰਸਟੀਟਿਊਸ਼ਨ ਦੇ ਵਿੱਚ। ਨੈਕਸਟ ਵੀਡੀਓ ਦੇ ਵਿੱਚ ਉਹਨਾਂ ਦੀ ਮੈਂ ਐਕਸਪਲੇਨੇਸ਼ਨ ਵੀ ਚੰਗੀ ਤਰ੍ਹਾਂ ਨਾਲ ਤੁਹਾਨੂੰ ਦੱਸੂਗਾ, ਜਿਹੜੇ ਕਿ ਰਿਲੀਜੀਅਸ ਫਰੀਡਮ ਦੇ ਬਾਰੇ ਦੱਸਦੇ ਨੇ, ਧਾਰਮਿਕ ਸੁਤੰਤਰਤਾ ਬਾਰੇ। ਵਿਚ ਆਫ ਦਾ ਫੋਲੋਇੰਗ ਕੈਨ ਏ ਕੋਰਟ ਇਸ਼ੂ ਫੋਰ ਐਨਫੋਰਸਮੈਂਟ ਆਫ ਫੰਡਾਮੈਂਟਲ ਰਾਈਟਸ। ਛੇਵਾਂ ਕੁਐਸਚਨ ਦਾ ਬੀ ਆਪਸ਼ਨ ਹੈ ਜੀ ਇਹ ਰਿਟ। ਰਿਟ ਕੀ ਹੁੰਦੀ ਹੈ? ਇੱਕ ਲਿਖਤੀ ਰੂਪ ਦੇ ਵਿੱਚ ਕਮਾਂਡ ਹੁੰਦੀ ਹੈ ਜਿਹਨੂੰ ਕਿ ਆਗਿਆ ਪੱਤਰ ਕਿਹਾ ਜਾਂਦਾ, ਜਿਹੜੀ ਕਿ ਸੁਪਰੀਮ ਕੋਰਟ ਜਾਰੀ ਕਰਦਾ ਹੈਗਾ ਫੰਡਾਮੈਂਟਲ ਰਾਈਟਸ ਦੇ ਵਿੱਚ ਜੇਕਰ ਕੋਈ ਗੜਬੜ ਪੈਦਾ ਕਰਦਾ ਤਾਂ। ਵਿਚ ਆਰਟੀਕਲ ਆਫ ਦਾ ਕੰਸਟੀਟਿਊਸ਼ਨ ਅਬੋਲਿਸ਼ਸ ਅਨਟੱਚੇਬਿਲਟੀ। ਅਨਟੱਚੇਬਿਲਟੀ ਯਾਨੀ ਕਿ ਛੂਤ ਛਾਤ ਦੀ ਗੱਲ ਕਰਦੇ ਹਾਂ। ਆਰਟੀਕਲ ਉਹਦਾ ਹੈਗਾ ਜੀ 17। ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਵਿਦ ਰਿਸਪੈਕਟ ਟੂ ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਰਾਈਟ ਅਗੇਂਸਟ ਐਕਸਪਲੋਇਟੇਸ਼ਨ ਦੀ ਸਹੀ ਵਿਆਖਿਆ ਇਹਨਾਂ ਵਿੱਚੋਂ ਕਿਹੜਾ ਕਰਦਾ ਹੈ? ਇਹਦਾ ਜਵਾਬ ਆਊਗਾ ਜੀ ਏ ਆਪਸ਼ਨ, ਪ੍ਰੋਹਿਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸਡ ਲੇਬਰ। ਮੈਂ ਤੁਹਾਨੂੰ ਦੱਸ ਦਿੰਦਾ ਇਹਦਾ ਮੀਨਿੰਗ ਕੀ ਹੈ ਪੰਜਾਬੀ ਦੇ ਵਿੱਚ। ਹਿਊਮਨ ਟ੍ਰੈਫਿਕਿੰਗ ਹੁੰਦੀ ਹੈ ਜੀ ਮਨੁੱਖਾਂ ਦੀ ਤਸਕਰੀ,
मतलब कि मनुੱਖਾਂ ਦਾ ਮੁੱਲ ਪੈਣਾ, ਤੇ ਫੋਰਸਡ ਲੇਬਰ ਹੁੰਦਾ ਹੈਗਾ ਜਬਰੀ ਕੰਮ ਕਰਵਾਉਣ ਤੇ ਉੱਤੇ ਰੋਕ ਹੈ, ਪ੍ਰੋਹਿਬਿਸ਼ਨ ਹੁੰਦਾ ਰੋਕ। ਤਾਂ ਇਹ ਕਰੈਕਟ ਆਪਸ਼ਨ ਹੈ ਤੁਹਾਡਾ ਏ, ਪ੍ਰੋਹਿਬਿਸ਼ਨ ਆਫ ਟ੍ਰੈਫਿਕਿੰਗ ਇਨ ਹਿਊਮਨ ਬੀਇੰਗਸ ਐਂਡ ਫੋਰਸਡ ਲੇਬਰ। ਇਨ ਵਿਚ ਪਾਰਟ ਆਫ ਦ ਇੰਡੀਅਨ ਕੰਸਟੀਟਿਊਸ਼ਨ ਦਾ ਫੰਡਾਮੈਂਟਲ ਰਾਈਟਸ ਆਰ ਪ੍ਰੋਵਾਈਡਡ। ਜਿਹੜੇ ਫੰਡਾਮੈਂਟਲ ਰਾਈਟਸ ਦੇ ਉੱਤੇ ਆਪਾਂ ਅੱਜ ਵੀਡੀਓ ਬਣਾਈ ਹੈ, ਇਹਨਾਂ ਦੀ ਗੱਲ ਕਰ ਰਹੇ ਹਾਂ, ਤਾਂ ਉਹ ਕਿਹੜੇ ਪਾਰਟ ਦੇ ਵਿੱਚ ਹੈ? ਥਰਡ ਪਾਰਟ ਦੇ ਵਿੱਚ ਹੈ, ਬੀ ਆਪਸ਼ਨ ਹੈ। prohibition of a discrimination on grounds of religion, race, caste, sex or place of birth is a fundamental right classifiable under। ਤਾਂ ਇਹ ਸਾਰੀਆਂ ਚੀਜ਼ਾਂ ਕਿਸ ਦੀ ਕਲਾਸੀਫਿਕੇਸ਼ਨ ਦੇ ਹੇਠਾਂ ਆਉਂਦੀਆਂ ਨੇ? ਤੁਹਾਡੇ ਉੱਪਰ ਜਿਹੜੀਆਂ ਮੈਂ ਬੋਲ ਕੇ ਗਿਆ, ਇਹ ਆਉਂਦੀਆਂ ਨੇ ਰਾਈਟ ਟੂ ਇਕੁਐਲਿਟੀ, ਮਤਲਬ ਕਿ ਸਮਾਨਤਾ ਦਾ ਅਧਿਕਾਰ, ਚਾਹੇ ਉਹ ਕਾਸਟ ਦੀ ਗੱਲ ਹੈ, ਕਿਸੇ ਚੀਜ਼ ਦੀ ਵੀ ਗੱਲ ਹੈ, ਧਰਮ ਦੀ ਗੱਲ ਹੈ। The Constitution guarantees that all citizens will be equal before law. It is provided in equal before law ਦੀ ਗੱਲ ਕਰਦੇ ਹਾਂ ਆਪਾਂ, ਤਾਂ ਆਰਟੀਕਲ ਨੰਬਰ ਇਹਦਾ ਹੈਗਾ ਜੀ 14 ਆਫ ਇੰਡੀਅਨ ਕੰਸਟੀਟਿਊਸ਼ਨ। ਵੈਰੀ ਇੰਪੋਰਟੈਂਟ ਕੁਐਸਚਨ ਹੈ, ਨੋਟ ਕਰ ਲਓ। 14 ਆਰਟੀਕਲ ਦੇ ਵਿੱਚ ਇਕੁਅਲ ਬਿਫੋਰ ਲਾ ਦੀ ਗੱਲ ਕੀਤੀ ਗਈ ਹੈ। ਇਕੁਅਲ ਬਿਫੋਰ ਲਾ ਜਾਂ ਇਕੁਐਲਿਟੀ ਬਿਫੋਰ ਲਾ ਦਾ ਮਤਲਬ ਹੈ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ ਹੋਣੀ। ਸਿਵਲ ਇਕੁਐਲਿਟੀ ਮੀਨਸ, ਸਿਵਲ ਇਕੁਐਲਿਟੀ ਵੀ ਇਸ ਦੇ ਅਧੀਨ ਹੀ ਆਉਂਦੀ ਹੈ, ਇਕੁਐਲਿਟੀ ਬਿਫੋਰ ਲਾ। ਇਹ ਆਪਸ਼ਨ ਆਊਗਾ ਜੀ। ਵਿਚ ਆਫ ਦਾ ਫੋਲੋਇੰਗ ਇਜ਼ ਏ ਬੁਲਵਾਕ ਆਫ ਪਰਸਨਲ ਫਰੀਡਮ। ਬੁਲਵਾਕ ਆਫ ਪਰਸਨਲ ਫਰੀਡਮ ਦੀ ਗੱਲ ਹੋ ਰਹੀ ਹੈ, ਤਾਂ ਜਿਹੜਾ ਮੈਂ ਤੁਹਾਨੂੰ ਅੱਜ ਇੱਥੇ ਵੀਡੀਓ ਬਣਾਈ ਹੈ, ਜਿਹਦੇ ਵਿੱਚ ਆਪਾਂ ਨੇ ਗੱਲ ਕੀਤੀ ਸੀ ਸ਼ੁਰੂ 'ਚ ਪਹਿਲੇ ਕੁਐਸਚਨ 'ਚ, ਰਾਈਟ ਟੂ ਕਨਸਟੀਟਿਊਸ਼ਨਲ ਰੈਮੀਡੀਜ਼, ਜਿਹੜੇ ਕਿ ਫੰਡਾਮੈਂਟਲ ਰਾਈਟਸ ਸੁਪਰੀਮ ਕੋਰਟ ਨੇ ਡਾਇਰੈਕਟ ਸਾਨੂੰ ਦਿੱਤੇ ਹੋਏ ਨੇ। ਉਹਨਾਂ ਦੇ ਵਿੱਚੋਂ ਜਿਹੜਾ ਕੁਐਸਚਨ ਹੈ, ਇਹਦਾ ਆਨਸਰ ਆਊਗਾ ਜੀ ਬੀ ਆਪਸ਼ਨ, ਹਿਬਾਸ ਕਾਰਪਸ। ਹਿਬਾਸ ਕਾਰਪਸ ਦਾ ਮੈਂ ਤੁਹਾਨੂੰ ਮੀਨਿੰਗ ਦੱਸਦਾ। ਇਹਦੀ ਇੱਕ ਟ੍ਰਿਕ ਹੈ ਜਿਹਨੂੰ ਤੁਸੀਂ ਯਾਦ ਰੱਖ ਸਕਦੇ ਹੋ। ਕਿਵੇਂ? ਹਿਬਾਸ ਕਾਰਪਸ ਦਾ ਮੀਨਿੰਗ ਹੈਗਾ ਹਿਬਾਸ ਨੂੰ ਤੁਸੀਂ ਐਵੇਂ ਯਾਦ ਰੱਖ ਸਕਦੇ ਹੋ, ਹੈਵ ਅਸ। ਹਿਬਾਸ ਮਤਲਬ ਹੈਵ ਅਸ। ਪੰਜਾਬੀ ਦੇ ਵਿੱਚ ਮੀਨਿੰਗ ਕਿ ਸਾਨੂੰ ਬੋਡੀ ਦੇ ਦਿਓ। ਮਤਲਬ ਤੁਹਾਨੂੰ ਮੈਂ ਦੱਸਦਾ, ਜਿਵੇਂ ਮੰਨ ਲਓ ਕੋਈ ਇਨਸਾਨ ਹੈ, ਉਹਦੀ ਜ਼ਮੀਨ ਜਾਇਦਾਦ ਨੂੰ ਜਾਂ ਫਿਰ ਉਹਨੂੰ ਖੁਦ ਨੂੰ ਕਿਸੇ ਦੂਜੇ ਪਰਸਨ ਨੇ ਇਲੀਗਲ ਤੌਰ ਦੇ ਉੱਤੇ ਉਹਨੂੰ ਬੰਦੀ ਬਣਾ ਲਿਆ, ਚਾਹੇ ਉਹਦੇ ਅਧਿਕਾਰਾਂ ਦੀ ਗੱਲ ਹੈ, ਉਹਨੂੰ ਆਜ਼ਾਦੀ ਨਹੀਂ ਮਿਲ ਰਹੀ, ਜਾਂ ਉਸ ਬੰਦੇ ਨੂੰ ਬਾਹਰ ਨਹੀਂ ਕਿਤੇ ਜਾਣ ਦਿੱਤਾ ਜਾ ਰਿਹਾ, ਉਹਨੂੰ ਕੈਦ ਕਰਕੇ ਰੱਖ ਲਿਆ, ਤਾਂ ਕੋਰਟ ਕੀ ਕਹੇਗਾ ਕਿ ਸਾਨੂੰ ਹਿਬਾਸ ਕਾਰਪਸ ਕਰੋ, ਮਤਲਬ ਕਿ ਵੀ ਸਾਨੂੰ ਉਸ ਦੀ ਬੋਡੀ ਦਿਖਾਓ। ਹੈਵਸ ਦਾ ਮੀਨਿੰਗ ਹੈ ਕਿ ਸਾਨੂੰ ਬੋਡੀ ਦਿਓ। ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਐਕਸ਼ਨ ਲੈ ਕੇ ਜੇ ਉਹ ਇਲੀਗਲ ਹੈ ਤਾਂ ਉਹਦੇ ਉੱਤੇ ਕਾਰਵਾਈ ਕਰੇਗਾ। ਤਾਂ ਇਹ ਇਹਦਾ ਬੀ ਆਪਸ਼ਨ ਆਊਗਾ, ਹਿਬਾਸ ਕਾਰਪਸ। ਰਾਈਟ ਆਫ ਪ੍ਰੋਪਰਟੀ ਵਾਜ਼ ਰਿਮੂਵਡ ਫਰੋਮ ਦਾ ਲਿਸਟ ਆਫ ਫੰਡਾਮੈਂਟਲ ਰਾਈਟ ਡਿਊਰਿੰਗ ਦਾ ਰੂਲ ਆਫ। ਜਿਹੜਾ ਪ੍ਰੋਪਰਟੀ ਦਾ ਰਾਈਟ ਹੈ ਉਹ ਰਿਮੂਵ ਕਰ ਦਿੱਤਾ ਗਿਆ ਸੀਗਾ ਫੰਡਾਮੈਂਟਲ ਰਾਈਟਸ ਦੇ ਉੱਤੋਂ। ਉਸ ਟਾਈਮ 'ਤੇ ਕਿਹੜਾ ਰੂਲ ਸੀਗਾ ਜਿਹਦੇ ਕਰਕੇ ਇਹ ਰਿਮੂਵ ਕੀਤਾ ਗਿਆ ਸੀ? ਮੋਰਾਰਜੀ ਦੇਸਾਈ ਗਵਰਨਮੈਂਟ। ਮੋਰਾਰਜੀ ਦੇਸਾਈ ਗਵਰਨਮੈਂਟ ਦੇ ਕਰਕੇ ਰਾਈਟ ਟੂ ਪ੍ਰੋਪਰਟੀ ਫੰਡਾਮੈਂਟਲ ਰਾਈਟਸ ਤੋਂ ਕੱਢ ਦਿੱਤਾ ਗਿਆ ਸੀ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਗਾਰਡੀਅਨ ਆਫ ਫੰਡਾਮੈਂਟਲ ਰਾਈਟ। ਗਾਰਡੀਅਨ ਦੀ ਗੱਲ ਕਰਦੇ ਹਾਂ ਆਪਾਂ, ਫੰਡਾਮੈਂਟਲ ਰਾਈਟਸ ਦੇ ਗਾਰਡੀਅਨ ਦੀ ਮੇਨ ਚੀਜ਼ ਜਿਹੜੀ ਕਿ ਕਿਹੜੀ ਹੈ? ਜੁਡੀਸ਼ੀਅਰੀ ਹੈ। ਜੁਡੀਸ਼ੀਅਰੀ ਇਹਦਾ ਰਾਈਟ ਆਨਸਰ ਹੈ ਜੀ, ਡੀ ਆਪਸ਼ਨ। ਪਾਰਟ 3 ਆਫ ਦਾ ਕੰਸਟੀਟਿਊਸ਼ਨ ਆਫ ਇੰਡੀਆ ਰਿਲੇਟਸ ਟੂ। ਪਾਰਟ 3 ਦੀ ਗੱਲ ਕੀਤੀ ਹੈ ਆਪਾਂ, ਵਾਰ-ਵਾਰ ਕੁਐਸਚਨ ਰਿਪੀਟ ਹੋ ਰਹੇ ਨੇ, ਇਸ ਕਰਕੇ ਯਾਦ ਹੋ ਜਾਣਗੇ। ਆਪਾਂ 3rd ਪਾਰਟ ਦੇ ਵਿੱਚ ਕੀ ਦੇਖਦੇ ਹਾਂ? ਫੰਡਾਮੈਂਟਲ ਰਾਈਟਸ। ਵਿਚ ਆਫ ਦਾ ਫੋਲੋਇੰਗ ਇਜ਼ ਗਿਵਨ ਦਾ ਪਾਵਰ ਟੂ ਇੰਪਲੀਮੈਂਟ ਦਾ ਫੰਡਾਮੈਂਟਲ ਰਾਈਟ। ਤਾਂ ਇਹਦਾ ਜਵਾਬ ਆਊਗਾ ਜੀ ਆਪਣੇ ਕੋਲੇ 17ਵੇਂ ਕੁਐਸਚਨ ਦਾ, ਦਾ ਸੁਪਰੀਮ ਕੋਰਟ ਐਂਡ ਹਾਈ ਕੋਰਟਸ। ਵਿਚ ਆਫ ਦਾ ਫੋਲੋਇੰਗ ਇਜ਼ ਗਿਵਨ ਦਾ ਪਾਵਰ। ਠੀਕ ਹੈ ਜੀ, ਇੰਪਲੀਮੈਂਟ ਕਰਨ ਦੀ ਫੰਡਾਮੈਂਟਲ ਰਾਈਟਸ ਨੂੰ ਸਿੱਧੀ ਜੀ ਗੱਲ ਹੈ, ਅਧਿਕਾਰ ਕਿਹਦੇ ਕੋਲੇ ਹੈ, ਕਿਹਦੇ ਕੋਲੇ ਪਾਵਰ ਹੈਗੀ ਹੈ? ਤਾਂ ਇਹਨਾਂ ਦੋਵਾਂ ਕੋਲੇ ਹੀ ਹੁੰਦੀ ਹੈ, ਸੁਪਰੀਮ ਕੋਰਟ ਕੋਲੇ ਤੇ ਹਾਈ ਕੋਰਟ ਕੋਲੇ। ਵਿਚ ਪ੍ਰੋਵੀਜ਼ਨ ਆਫ ਦਾ ਫੰਡਾਮੈਂਟਲ ਰਾਈਟਸ ਡਾਇਰੈਕਟਲੀ ਰਿਲੇਟਸ ਟੂ ਦਾ ਐਕਸਪਲੋਇਟੇਸ਼ਨ ਆਫ ਚਿਲਡਰਨ। ਐਕਸਪਲੋਇਟੇਸ਼ਨ ਆਫ ਚਿਲਡਰਨ ਮਤਲਬ ਕਿ ਵੀ ਬਾਲ ਬੱਚਿਆਂ ਦੀ ਗੱਲ ਹੋ ਰਹੀ ਹੈ।
18 ਨੰਬਰ ਕੁਐਸਚਨ ਆਰਟੀਕਲ 24 ਦੇ ਵਿੱਚ ਦੱਸਿਆ ਗਿਆ ਹੈ ਕਿ ਛੋਟੇ ਬੱਚੇ ਜਿਹੜੇ ਹੁੰਦੇ ਆ 6 ਤੋਂ 14 ਸਾਲ ਤੱਕ ਦੇ, ਉਹਨਾਂ ਤੋਂ ਜਬਰੀ ਕੋਈ ਵੀ ਕੰਮ ਨਹੀਂ ਕਰਵਾਇਆ ਜਾ ਸਕਦਾ, ਉਲਟਾ ਉਹਨਾਂ ਨੂੰ ਸਿੱਖਿਆ ਫ੍ਰੀ ਦੇ ਵਿੱਚ ਦਿੱਤੀ ਜਾਣੀ ਚਾਹੀਦੀ ਹੈ। ਰਾਈਟ ਟੂ ਐਜੂਕੇਸ਼ਨ ਟੂ ਆਲ ਚਿਲਡਰਨ ਬਿਟਵੀਨ ਦਾ ਏਜ ਆਫ 6 to 14 ਈਅਰ ਇਜ਼। ਤਾਂ ਗੱਲ ਕਰਦੇ ਹਾਂ ਆਪਾਂ 19ਵੇਂ ਕੁਐਸਚਨ ਦੀ। ਜਵਾਬ ਇਹਦਾ ਆਊਗਾ ਜੀ ਆਪਣੇ ਕੋਲੇ ਮੌਲਿਕ ਅਧਿਕਾਰ ਯਾਨੀ ਕਿ ਫੰਡਾਮੈਂਟਲ ਰਾਈਟ ਦੇ ਅਧੀਨ ਆਉਂਦਾ ਇਹ ਕਿ 6 ਤੋਂ 14 ਸਾਲ ਤੱਕ ਦੇ ਬੱਚਿਆਂ ਦੇ ਲਈ ਜਿਹੜੀ ਪੜ੍ਹਾਈ ਹੈਗੀ ਹੈ ਉਹ ਜ਼ਰੂਰੀ ਹੈਗੀ ਹੈ। ਲਾਸਟ ਕੁਐਸਚਨ ਅੱਜ ਦੀ ਵੀਡੀਓ ਦਾ, ਹੂ ਹੈਡਡ ਦਾ ਕਮੇਟੀ ਅਪੁਆਇੰਟਡ ਬਾਏ ਦਾ ਕੌਂਸਟੀਟਿਊਐਂਟ ਅਸੈਂਬਲੀ ਟੂ ਫਾਈਨਲਾਈਜ਼ ਦਾ ਫੰਡਾਮੈਂਟਲ ਰਾਈਟਸ ਆਫ ਇੰਡੀਅਨ ਸਿਟੀਜ਼ਨਸ। ਤਾਂ ਇਹਦਾ ਜਵਾਬ ਆਊਗਾ ਜੀ ਸਰਦਾਰ ਪਟੇਲ। ਹੂ ਹੈਡਡ ਦਾ ਕਮੇਟੀ ਅਪੁਆਇੰਟਡ ਬਾਏ ਦਾ ਕੌਂਸਟੀਟਿਊਟ ਅਸੈਂਬਲੀ ਟੂ ਫਾਈਨਲਾਈਜ਼ ਦਾ ਫੰਡਾਮੈਂਟਲ ਰਾਈਟਸ। ਫਾਈਨਲਾਈਜ਼ ਕਮੇਟੀ ਦਾ ਹੈੱਡ ਕਿਹਨੂੰ ਬਣਾਇਆ ਗਿਆ ਸੀਗਾ ਕੌਂਸਟੀਟਿਊਟ ਅਸੈਂਬਲੀ ਦੇ ਲਈ? ਸਰਦਾਰ ਪਟੇਲ ਨੂੰ। ਤਾਂ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਵੈਰੀ ਇੰਪੋਰਟੈਂਟ ਕੁਐਸਚਨ ਨੇ ਫੰਡਾਮੈਂਟਲ ਰਾਈਟਸ ਦੇ। ਜਲਦੀ ਹੀ ਨੈਕਸਟ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਅੱਜ ਦੀ ਇਸ ਵੀਡੀਓ ਦੀ PDF ਦੇ ਲਈ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ, ਜਿਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈ। ਧੰਨਵਾਦ।